सत संगी जनों सारे ही गुरु दी बख्शी हुई फतेह नाल सांझ करो। वाहिगुरु जी का खालसा वाहिगुरु जी की फतेह। अज असी सारे जुड़ बैठे हाँ सरदार गुरमीत सिंह जी दी सालाना याद विच सेवक परिवार ने गुरमुख परिवार ने ये सालाना गुरमत समागम गुरु की हजूरी विच उलीकिया गया है। स्वाओ गुरु की बख्शिश अनुसार गुरु की कृपा अनुसार थोड़े समय लई आपा गुरमत दी विचारां दी सांझ पाउणी है। सरदार गुरमीत सिंह जी का परिवार सारा ही गुरु घर नाल जुड़िया होया। बच्चे गुरु घर नाल जिथे जुड़े हुए ने गुरु घर दे कीर्तनियां नाल सरदार गुरमीत सिंह जी आप प्यार करने वाले सन। बहुत ही मिलापड़े सुभाव दे मालक हलीमी निम्रता दे धारनी सरन। पर संसार दी जदों परमात्मा ने रचना की ते उसने कुछ नियम बनाए ने। जो परमात्मा ने नियम डिसिपलिन बना दिते वो अटल ने। किसी देश का कानून दे जदों नियम बनते ने ते जदों कोई दूजा अफसर या कोई दूजा मिनिस्टर गद्दी ते बैठता है तो उन्हां नियमां दे अंदर चेंजिंग आ सकती है, आ जाती है। पर परमात्मा ने जो एक नियम संसार दे अंदर रचना करके बना दिते वो अटल ने। उन्हां नियमां विचों एक ये भी नियम है कि जो उपजो सो बिनस है, परो आज कै काल नानक हर गुण गाए ले छाड़ सगल जंजाल। जेड़ा मनुख जन्म लेके जो भी जीव मनुख पशु पंछी संसार ते जन्म लेके आया है उसने एक ना एक दिन इस संसार नूं छड़ के चले जाना है। एक अटल सच्चाई है। उस अकाल पुरख वाहिगुरु दा अटल नियम है। हुणे ही भाई साहब जी शब्द पढ़ गए। पहलों शब्द पढ़िया बाबा फरीद जी दा। फरीदा दरियावे कन्ने बगला बैठा केल करे। केल करेंदे हंज नूं अचिंते बाज पए। बाज पए तिस रब दे केलां विसरियां। जो मन चित ना चेते सन सो गाली रब कीआं। कहंदे दरिया दे किनारे ते बैठा होया बगला कलोला प्या करदा है पर उन्हों पता ही नहीं किस वेले आके उन्हों बाज ने झपट मारी। इसी तरह मनुख इस संसार दे अंदर बैठा होया कई तरह दियां जिहड़ी अपने परिवारक जिम्मेवारियां दे अंदर कारोबार दे अंदर संसारक फर्ज निभाउंदियां होया मनुख बैठा है। पता नहीं उस मौत रूपी बाज ने कदों आके झपटा मारना है ते अंदरों जिंद कढ़ के ले जानी है। ये जिहड़ा शरीर है ये मिट्टी विच रल जाना है। ते गुरु पातशाह जी दूजे बचन गुरु तेग बहादुर जी दा पढ़ रहे सन। वो कहते ने यह जग मीत ना देखियो कोई। इस जगत के अंदर असली मित्र कोई नहीं।
ਸਗਲ ਜਗਤ ਆਪਣੇ ਸੁਖ ਲਾਗਿਓ, ਦੁਖ ਮੈਂ ਸੰਗ ਨਾ ਹੋਈ। ਕਿਉਂਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪੜ੍ਹਦੇ ਆ ਨਾ, ਉਹਨਾਂ ਦੀ ਬਾਣੀ ਇੱਕ ਤੇ ਸਰਲ ਭਾਸ਼ਾ ਦੇ ਅੰਦਰ ਹੈ ਤੇ ਸੌਖਿਆਂ ਸਮਝ ਆ ਜਾਂਦੀ ਹੈ। ਥੋੜਾ ਅਸੀਂ ਆਪਣੇ ਮਨ ਨੂੰ ਟਿਕਾ ਕੇ ਪੜ੍ਹੀਏ। ਪਾਤਸ਼ਾਹ ਕਹਿੰਦੇ ਨੇ, ਪ੍ਰੀਤਮ ਜਾਨ ਲਿਓ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਪ੍ਰੀਤਮ ਤੋਂ ਭਾਵ ਹੈ ਸੱਜਣ, ਇਹ ਮਿੱਤਰ, ਆਪਣੇ ਮਨ ਦੇ ਅੰਦਰ ਇਹ ਗੱਲ ਤੂੰ ਚੰਗੀ ਤਰ੍ਹਾਂ ਟਿਕਾ ਲੈ, ਵਸਾ ਲੈ ਕਿ ਹਮੇਸ਼ਾ ਵਾਸਤੇ ਕੋਈ ਪੱਕਾ ਮਿੱਤਰ ਨਹੀਂ ਹੈ। ਸਾਰਾ ਸੰਸਾਰ ਆਪਣੇ ਸੁੱਖਾਂ ਨਾਲ ਬੱਝਿਆ ਹੋਇਆ ਹੈ, ਅਖੀਰ ਵੇਲੇ ਕੋਈ ਤੋੜ ਨਹੀਂ ਨਿਭਾਉਣ ਵਾਲਾ। ਫਿਰ ਗੁਰੂ ਪਾਤਸ਼ਾਹ ਨੇ ਗੱਲ ਖੋਲੀ, ਸੁਖ ਮੈਂ ਆਨ ਬਹੁਤ ਮਿਲ ਬੈਠੇ, ਰਹਿਤ ਚਹੂ ਦਿਸ ਘੇਰੈ, ਵਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੇ। ਜਦੋਂ ਮਨੁੱਖ ਦੇ ਕੋਲ ਸੁਖ ਦੇ ਸਾਧਨ ਹੋਣ, ਰੁਪਈਆ ਪੈਸਾ ਚੰਗਾ ਉਹਦਾ ਹੋਵੇ, ਤੇ ਸਾਰੇ ਨੇੜੇ ਨੇੜੇ ਹੋ ਕੇ ਟੁਕਦੇ ਨੇ। ਜਦੋਂ ਕੋਈ ਮੁਸੀਬਤ ਆ ਜਾਏ, ਵਿਪਤਾ ਆ ਜਾਏ, ਤੇ ਕਹਿੰਦੇ ਨੇ ਉਦੋਂ ਪਛਾਣ ਹੁੰਦੀ ਹੈ ਕਿ ਨਿਕ ਅਸਲੀ ਮਿੱਤਰ ਨੇ, ਨੇੜੇ ਕੋਈ ਵਿਰਲਾ ਹੀ ਟੁਕਦਾ ਹੈ। ਫਿਰ ਗੁਰੂ ਪਾਤਸ਼ਾਹ ਕਹਿੰਦੇ ਨੇ, ਘਰ ਕੀ ਨਾਰ ਬਹੁਤ ਹੀ ਤਜਾਸੂ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਇੱਥੇ ਅਸੀਂ ਕੇਵਲ ਇਸਤਰੀ ਦੀ ਗੱਲ ਨਹੀਂ ਕਰ ਸਕਦੇ। ਗੁਰੂ ਪਾਤਸ਼ਾਹ ਜੀ ਨੇ ਇੱਕ ਐਗਜ਼ਾਮਪਲ ਦਿੱਤਾ ਹੈ, ਭਾਵੇਂ ਪਤੀ ਹੋਵੇ ਭਾਵੇਂ ਪਤਨੀ ਹੋਵੇ। ਜੇ ਪਤੀ ਚੜ੍ਹਾਈ ਕਰ ਗਿਆ ਤੇ ਪਤਨੀ ਨਾਲ ਨਹੀਂ ਜਾਂਦੀ, ਜੇ ਪਤਨੀ ਚੜ੍ਹਾਈ ਕਰ ਗਈ ਤੇ ਪਤੀ ਨਾਲ ਨਹੀਂ ਜਾਂਦਾ। ਗੁਰੂ ਪਾਤਸ਼ਾਹ ਕਹਿੰਦੇ ਨੇ, ਅਖੀਰ ਵਿੱਚ ਇਹ ਜਗ ਕੋ ਵਿਵਹਾਰ ਬਣਿਓ ਹੈ, ਸੰਸਾਰ ਦਾ ਇਸੇ ਤਰ੍ਹਾਂ ਨਿਯਮ ਬਣਿਆ ਹੋਇਆ ਹੈ। ਜਦੋਂ ਅਸੀਂ ਗੁਰੂ ਅਰਜਨ ਦੇਵ ਜੀ ਦਾ ਇੱਕ ਸ਼ਬਦ ਆਉਂਦਾ ਹੈ ਜੈਤ ਸ੍ਰੀ ਰਾਗ ਦੇ ਅੰਦਰ, ਗੁਰੂ ਪਾਤਸ਼ਾਹ ਉਹਦੇ ਵਿੱਚ ਖੋਲਦੇ ਨੇ ਕਿ ਬੰਦਾ ਆਮ ਕਰਕੇ ਕਿਹਨਾਂ ਦੇ ਓਟ ਆਸਰੇ ਰੱਖਦਾ ਹੈ, 3 ਪ੍ਰਕਾਰ ਦੇ। ਜਾਂ ਤਾਂ ਪਰਿਵਾਰ ਦੇ ਜੀਆਂ ਤੇ ਮਾਣ ਕਰਦਾ ਹੈ, ਜਾਂ ਫਿਰ ਧਨ ਜ਼ਮੀਨ ਜਾਇਦਾਦ ਤੇ, ਜਾਂ ਫਿਰ ਤਖਤ ਤੇ ਬੈਠਾ ਹੋਵੇ, ਪਿੱਛੇ ਤਾਕਤ ਹੋਵੇ ਤੇ ਬੰਦਾ ਮਾਣ ਕਰਦਾ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ, ਕੋਈ ਜਾਣੇ ਕਵਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬਿਦ ਬੂਝੈ, ਤਾਕੀ ਨਿਰਮਲ ਰੀਤ। ਕੋਈ ਵਿਰਲਾ ਮਨੁੱਖ ਇਸ ਗੱਲ ਨੂੰ ਸਮਝਦਾ ਹੈ ਕਿ ਇਸ ਸੰਸਾਰ ਦੇ ਅੰਦਰ ਅਸਲੀ ਮਿੱਤਰ ਕੌਣ ਹੈ, ਕੌਣ ਜਿਹੜਾ ਹੈ ਤੋੜ ਨਿਭਾਉਣ ਵਾਲਾ ਸਾਥੀ ਹੈ। ਜਿਹੜਾ ਇਸ ਗੱਲ ਨੂੰ ਸਮਝ ਲਵੇ, ਉਹਦੀ ਜੀਵਨ ਜੁਗਤ ਜਿਹੜੀ ਹੈ ਉਹ ਪਵਿੱਤਰ ਹੋ ਜਾਂਦੀ ਹੈ। ਫਿਰ ਗੱਲ ਖੋਲਦੇ ਨੇ ਪਾਤਸ਼ਾਹ, ਮਾਤ ਪਿਤਾ ਬੰਤਾ ਸੁਤ ਬੰਧਵ, ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤਹਿ ਕੋ ਨਾ ਸਹਾਈ। ਮਨੁੱਖ ਆਪਣੇ ਪਰਿਵਾਰ ਦੇ ਜੀਆਂ ਤੇ, ਮਾਂ ਪਿਓ ਤੇ, ਧੀ ਪੁੱਤਰਾਂ ਤੇ, ਰਿਸ਼ਤੇਦਾਰਾਂ ਤੇ ਮਾਣ ਕਰਦਾ ਹੈ। ਕਹਿੰਦੇ ਨੇ, ਮਾਂ ਪਿਓ ਪੁੱਤਰ ਇਸਤਰੀ ਰਿਸ਼ਤੇਦਾਰ ਪਿਆਰੇ ਮਿੱਤਰ, ਇਹ ਵੀ ਅਖੀਰ ਵੇਲੇ ਸਾਥੀ ਨਹੀਂ ਬਣਦੇ, ਮਦਦਗਾਰ ਨਹੀਂ ਬਣਦੇ। ਇਸ ਸੰਸਾਰ ਵਿੱਚ ਆਇਆ ਪਿਛਲੇ ਸੰਜੋਗਾਂ ਕਰਕੇ ਸਾਨੂੰ ਇੱਥੇ ਮਿਲ ਪਏ, ਪਰ ਇੱਥੋਂ ਸਰੀਰ ਵਿੱਚੋਂ ਸਵਾਸ ਨਿਕਲਣ ਦੀ ਦੇਰ ਹੈ। ਸਾਰੇ ਹੀ ਇਹੀ ਕਹਿੰਦੇ ਨੇ, ਜਾ ਕੇ ਆਪਣੇ ਹੱਥਾਂ ਨਾਲ ਅੱਗ ਦੇ ਹਵਾਲੇ ਕਰਕੇ ਆ ਜਾਂਦੇ ਨੇ। ਕਾਹਦਾ ਮਾਣ ਕਰਦਾ ਹੈ ਮਨੁੱਖ ਇਹਨਾਂ ਦਾ? ਫਿਰ ਕਹਿੰਦੇ ਨੇ, ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ, ਹਾ ਹਾ ਕਰਤ ਬਿਹਾਨੀ ਅਵਦੇ, ਤਾਮਹਿ ਸੰਤੋਖ ਨਾ ਪਾਇਆ। ਮਨੁੱਖ ਦੇਖ, ਮੋਤੀਆਂ ਦੀ ਮਾਲਾ, ਲਾਲ ਹੀਰੇ, ਸੋਨਾ ਚਾਂਦੀ, ਹੀਰੇ ਜਵਾਹਰਾਤ, ਜ਼ਮੀਨ ਜਾਇਦਾਦ, ਪ੍ਰਾਪਰਟੀ ਦੀ ਮਨੁੱਖ ਨੂੰ ਬੜੀ ਇਹਦੇ ਉੱਤੇ ਮਾਣ ਕਰਦਾ ਹੈ। ਸਾਰਾ ਜੀਵਨ ਇਹਦਾ ਇਕੱਠਾ ਕਰਦਿਆਂ ਕਰਦਿਆਂ ਲੰਘ ਜਾਂਦਾ ਹੈ। ਮਨੁੱਖ ਨੂੰ ਰੱਜ ਪ੍ਰਾਪਤ ਨਹੀਂ ਹੁੰਦਾ ਜੇ ਪਰਮਾਤਮਾ ਦਾ ਸ਼ੁਕਰ ਅੰਦਰੋਂ ਨਹੀਂ। ਕਹਿੰਦੇ ਨੇ,
ਸਵਾਸ ਨਿਕਲਣ ਦੀ ਦੇਰ ਹੈ, ਇਹ ਸਭ ਕੁਝ ਇਹਦਾ ਮਾਲਕ ਕੋਈ ਹੋਰ ਬਣ ਜਾਂਦਾ ਹੈ। ਜੇ ਧੀ ਪੁੱਤਰ ਹਨ ਤੇ ਉਹ ਮਾਲਕ ਬਣ ਜਾਂਦੇ ਨੇ, ਜੇ ਧੀ ਪੁੱਤਰ ਨਹੀਂ ਤੇ ਰਿਸ਼ਤੇਦਾਰ ਸਾਂਭ ਲੈਂਦੇ ਨੇ, ਰਿਸ਼ਤੇਦਾਰ ਸਾਂਭ ਨਹੀਂ ਹੋਣ ਤੇ ਫਿਰ ਕਹਿੰਦੇ ਨੇ ਸਰਕਾਰ ਸਾਂਭ ਲੈਂਦੀ ਹੈ। ਕਦੀ ਮਨੁੱਖ ਮਰਿਆ ਤੇ ਮੌਤ ਹੋਈ, ਉਹਦੇ ਨਾਲ ਕਦੀ ਮਕਾਨ, ਕਦੀ ਰੋਇਆ, ਉਹਦਾ ਤਾਂ ਮਾਲਕ ਹੋਰ ਤਿਆਰ ਬੈਠਾ ਹੈ। ਕੋਈ ਜ਼ਮੀਨ ਜਾਇਦਾਦ ਕਹਿੰਦੇ ਨੇ ਸਭ ਇੱਥੇ ਰਹਿ ਜਾਂਦੀ ਹੈ। ਫਿਰ ਅੱਗੇ ਗੱਲ ਕਰਦੇ ਨੇ 4 ਪ੍ਰਕਾਰ ਦੀ ਸੈਨਾ, ਹਸਤ, ਰਥ, ਅਸ਼ਵ, ਪਵਨ, ਤੇਜ, ਧਣੀ, ਭੂਮਨ, ਚਤੁਰਾਂਗਾ, ਸੰਗ ਨਾ ਚਾਲਿਓ ਇਨਮੇ ਕਛੂਏ ਊਠ ਸਿਧਾਇਓ ਨਾਂਗਾ। ਬੰਦਿਆ ਤੇਰੇ ਕੋਲ ਤਾਕਤ ਕਿੰਨੀ ਹੋਵੇ। ਉਸ ਸਮੇਂ ਦੇ ਅੰਦਰ 4 ਪ੍ਰਕਾਰ ਦੀ ਸੈਨਾ ਹੁੰਦੀ ਸੀ। ਕਿਹੜੀ ਕਿਹੜੀ ਸੈਨਾ? ਹਾਥੀਆਂ ਤੇ ਸਵਾਰ ਹੋਣ ਵਾਲੇ, ਘੋੜਿਆਂ ਤੇ ਸਵਾਰ ਹੋਣ ਵਾਲੇ, ਤੇ ਰੱਥਾਂ ਤੇ ਸਵਾਰ ਹੋਣ ਵਾਲੇ, ਪੈਦਲ ਚੱਲਣ ਵਾਲੇ ਸੈਨਿਕ ਹੁੰਦੇ ਸਨ, ਸਿਪਾਹੀ ਹੁੰਦੇ ਸਨ। 4 ਪ੍ਰਕਾਰ ਦੀ ਸੈਨਾ। ਕਹਿੰਦੇ ਨੇ ਇਹ ਪਤਾ ਹੀ ਨਹੀਂ ਲੱਗਿਆ ਕਦੋਂ ਅੰਦਰੋਂ ਸਵਾਸ ਮੁੱਕ ਗਏ। ਇਹ ਸਾਰੇ ਹੀ ਪਹਿਰਾ ਦਿੰਦੇ ਰਹਿ ਗਏ, ਕੋਈ ਪਤਾ ਨਹੀਂ ਸਵਾਸ ਨਿਕਲਣ ਦੀ ਦੇਰ ਸੀ। ਇਹ ਤਾਕਤ ਵੀ ਕੰਮ ਨਹੀਂ ਆਈ। ਫਿਰ ਅਖੀਰ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪਣੀ ਗੱਲ ਕਰਦੇ ਨੇ, ਕਹਿੰਦੇ ਨਾ ਬੰਦਿਆ ਤੇਰੇ ਨਾਲ ਰਿਸ਼ਤੇਦਾਰਾਂ ਨੇ ਨਿਭਣਾ ਹੈ। ਠੀਕ ਹੈ, ਇੱਥੇ ਸੰਸਾਰ ਦੇ ਅੰਦਰ ਰਹਿੰਦੇ ਆ ਇਕੱਠਿਆਂ, ਆਸਰਾ ਹੈ, ਧਨ ਜ਼ਮੀਨ ਜਾਇਦਾਦ ਦਾ ਵੀ ਆਸਰਾ ਹੈ। ਤੀਜਾ ਤੇਰੇ ਕੋਲ ਤਾਕਤ ਹੈ, ਪਾਵਰ ਹੈ, ਉਹਦਾ ਵੀ ਆਸਰਾ ਹੈ। ਇਹ ਵੀ ਇੱਥੇ ਰਹਿ ਜਾਣਾ ਹੈ। ਫਿਰ ਅਖੀਰ ਕਹਿੰਦੇ ਨੇ ਹਰ ਕੇ ਸੰਤ। ਗੁਰੂ ਪਾਤਸ਼ਾਹ ਆਸਰਿਆਂ ਦੀ ਗੱਲ ਕਰਕੇ, ਮਿੱਤਰਾਂ ਦੀ ਗੱਲ ਕਰਕੇ ਫਿਰ ਆਪਣੀ ਗੱਲ ਰੱਖਦੇ ਨੇ। ਹਰ ਕੇ ਸੰਤ ਪ੍ਰਿय ਪ੍ਰੀਤਮ ਪ੍ਰਭ ਕੇ, ਤਾਕੇ ਹਰ ਹਰ ਗਾਈਏ। ਦੇਖੋ ਕਹਿੰਦੇ ਨਾਲ ਨਿਭਣ ਵਾਲੀ ਕਿਹੜੀ ਚੀਜ਼ ਹੈ? ਹਰੀ ਪਰਮਾਤਮਾ ਦੇ ਸੰਤ ਜਨ, ਭਗਤ ਜਨ, ਬਾਣੀ ਪੜਨ ਵਾਲੇ, ਸਿਮਰਨ ਕਰਨ ਵਾਲੇ, ਨਾਮ ਜਪਣ ਵਾਲੇ, ਜਿਹੜੇ ਉਸ ਦੀ ਯਾਦ ਵਿੱਚ ਜੁੜਨ ਵਾਲੇ, ਉਸ ਪਰਮਾਤਮਾ ਨੂੰ ਬੜੇ ਪਿਆਰੇ ਲੱਗਦੇ ਨੇ। ਉਹਨਾਂ ਦੀ ਸੰਗਤ ਵਿੱਚ ਬੈਠ ਕੇ ਤੂੰ ਵੀ ਪ੍ਰਮਾਤਮਾ ਦਾ ਨਾਮ ਜਪ, ਤੂੰ ਵੀ ਪ੍ਰਮਾਤਮਾ ਦਾ ਸ਼ੁਕਰ ਕਰ, ਤੂੰ ਵੀ ਉਹਦੀ ਯਾਦ ਵਿੱਚ ਜੁੜ, ਤੇ ਹੋਏਗਾ ਕੀ? ਨਾਨਕ ਇਹਾਂ ਸੁਖ ਆਗੇ ਮੁਖ ਉਜਲ, ਸੰਗ ਸੰਤਨ ਕੇ ਪਾਈਏ। ਇੱਥੇ ਤੈਨੂੰ ਸੰਸਾਰ ਦੇ ਅੰਦਰ ਇੱਜ਼ਤ ਮਿਲੇਗੀ, ਮਾਣ ਮਿਲੇਗਾ, ਵਡਿਆਈ ਮਿਲੇਗੀ। ਤੈਨੂੰ ਇੱਥੇ ਸੰਸਾਰ ਦੇ ਅੰਦਰ ਲੋਕ ਤੇਰੀ ਇੱਜ਼ਤ ਕਰਨਗੇ। ਜਦੋਂ ਤੂੰ ਪ੍ਰਮਾਤਮਾ ਦੀ ਦਰਗਾਹ ਵਿੱਚ ਜਾਏਗਾ ਨਾ, ਤੇਰਾ ਅੰਦਰ ਵਾਲਾ ਜੀਵ ਆਤਮਾ, ਤੇ ਉੱਥੇ ਵੀ ਤੇਰਾ ਮੁਖ ਉਜਲਾ ਹੋਏਗਾ। ਰੇ ਰੇ ਦਰਗੇ ਕਹੇ ਨਾ ਕੋ ਆਓ, ਬੈਠ ਆਦਰ ਸ਼ੁਭ ਦੇਉ। ਉੱਥੇ ਵੀ ਤੈਨੂੰ ਆਦਰ ਮਿਲੇਗਾ। ਗੁਰੂ ਪਾਤਸ਼ਾਹ ਜੀ ਦਾ ਇੱਕ ਬਚਨ ਆਉਂਦਾ ਹੈ, ਕਹਿੰਦੇ ਨੇ ਨਾਮ ਤੇ ਆਇਨ ਸਾਜਨਾ, ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਪਵਨ ਪੁਨੀਤ। ਜਿਹੜਾ ਮਨੁੱਖ ਨਾਮ ਜਪਦਾ ਹੈ, ਸਿਮਰਨ ਕਰਦਾ ਹੈ, ਗੁਰਮੁਖਾਂ ਦੀ ਸੰਗਤ ਵਿੱਚ ਬੈਠਦਾ ਹੈ, ਪਿਆਰੇ ਦੀ ਯਾਦ ਵਿੱਚ ਜੁੜਦਾ ਹੈ, ਤੇ ਕੀ ਹੁੰਦਾ ਹੈ? ਕਹਿੰਦੇ ਜਦੋਂ ਮੁਖ ਇਸ ਸੰਸਾਰ ਛੱਡ ਕੇ ਜਾਂਦਾ ਹੈ ਨਾ, ਤੇ ਹੁੰਦਾ ਕੀ ਹੈ? ਅੱਗੇ ਧਰਮ ਰਾਜ ਕਹਿੰਦਾ ਆ ਮੇਰੇ ਇਸ ਦਰਬਾਰ ਦੇ ਅੰਦਰ ਆ, ਤੇਰੇ ਆਉਣ ਨਾਲ, ਚਰਨ ਪਾਉਣ ਨਾਲ ਮੇਰਾ ਇਹ ਦਰਬਾਰ ਵੀ ਪਵਿੱਤਰ ਹੋ ਜਾਏਗਾ। ਉਹ ਧਰਮ ਰਾਜ ਵੀ ਉਥੇ ਇੱਜ਼ਤ ਸਤਕਾਰ ਦਿੰਦਾ ਹੈ। ਇਸੇ ਤਰ੍ਹਾਂ ਜਿਹੜੇ ਜੀਵਨ ਨਾਮ ਬਾਣੀ ਨਾਲ ਜੋੜ ਕੇ ਆਪਣਾ ਸਫਲਾ ਕਰਕੇ ਜਾਂਦੇ ਨੇ, ਉਹ ਸੰਸਾਰ ਵਿੱਚੋਂ ਇੱਜ਼ਤ ਮਾਣ ਵਡਿਆਈ ਕੱਢ ਲੈਂਦੇ ਨੇ। ਜਿਵੇਂ ਬਾਬਾ ਬੁੱਢਾ ਜੀ ਗੁਰਬਾਣੀ ਪੜ੍ਹਦੇ ਆ ਨਾ, ਗੁਰੂ ਪਾਤਸ਼ਾਹ ਜੀ ਨੇ ਸਾਨੂੰ ਗੁਰਮੁਖ ਦਾ ਜੀਵਨ ਵੀ ਦੱਸਿਆ ਤੇ ਇੱਕ ਸੰਸਾਰੀ ਦਾ ਜੀਵਨ ਵੀ ਦੱਸਿਆ। ਗੁਰੂ ਪਾਤਸ਼ਾਹ ਜੀ ਦਾ ਬਚਨ ਆਉਂਦਾ ਹੈ, ਕਹਿੰਦੇ ਨੇ 10 ਬਾਲ ਤਣ 20 ਰਵਣ, 30 ਕਾ ਸੁੰਦਰ ਕਹਾਵੇ,
40 ਪੁਰ ਹੋਏ 85 ਪਗ ਖਿਸਤੇ 60 ਕੇ ਬੁਢੇ ਪਾਵੇ 70 ਕਾ ਮਤਹੀਣ ਅਸੀਆਂ ਕਾ ਵਿਵਹਾਰ ਨਾ ਪਾਵੇ ਨਾਵੇਂ ਕਾ ਸਹਿਜਾਸਣੀ। ਗੁਰੂ ਪਾਤਸ਼ਾਹ ਜੀ ਨੇ 10 ਹਿੰਸਿਆਂ ਵਿੱਚ ਮਨੁੱਖ ਦੀ ਉਮਰ ਨੂੰ ਵੰਡਿਆ। ਕਹਿੰਦੇ ਨੇ ਇੱਕ ਸੰਸਾਰੀ ਮਨੁੱਖ ਕਿਵੇਂ ਜੀਵਨ ਬਤੀਤ ਕਰਦਾ ਹੈ। 10 ਬਾਲਤਣ ਭਾਵ 10 ਸਾਲ ਬਚਪਨ ਵਿੱਚ ਬਤੀਤ ਕਰ ਦਿੱਤੇ। ਕੋਈ ਨਾਮ ਨਹੀਂ ਜਪਿਆ, ਕੋਈ ਸਿਮਰਨ ਨਹੀਂ ਕੀਤਾ, ਕਦੀ ਜਾ ਕੇ ਗੁਰੂ ਦੀ ਦਰ ਤੇ ਬੈਠ ਕੇ ਕੋਈ ਬਾਣੀ ਨਹੀਂ ਪੜ੍ਹੀ। 20 ਸ਼ਰਵਣ 30 ਕਾ ਸੁੰਦਰ ਕਹਾਵੇ। ਜਦੋਂ 20 ਸਾਲਾਂ ਦਾ ਹੋਇਆ ਤੇ ਜਵਾਨੀ ਚੜੀ। ਜਵਾਨੀ ਵਿੱਚ ਮਨੁੱਖ ਨੇ ਕਦਮ ਧਰਿਆ। 30 ਕਾ ਸੁੰਦਰ ਕਹਾਵੇ। 20 ਸਾਲ ਤੋਂ 30 ਸਾਲ ਤੱਕ ਦੇਖੋ ਤੁਸੀਂ ਸਮਾਜ ਦੇ ਅੰਦਰ ਬੈਠੇ ਆ, ਭਾਵੇਂ ਬੱਚਾ ਹੋਵੇ, ਭਾਵੇਂ ਬੇਟੀ ਹੋਵੇ, ਭਾਵੇਂ ਬੇਟਾ ਹੋਵੇ, ਸ਼ੀਸ਼ੇ ਦੇ ਅੱਗੇ ਖੜਾ ਖੜਾ ਆਪਣੇ ਆਪ ਨੂੰ ਸਵਾਰਦਾ ਰਹਿੰਦਾ ਹੈ। ਮੇਰੇ ਤੋਂ ਸੋਹਣਾ ਕੋਈ ਨਾ ਲੱਗੇ, ਮੇਰੇ ਤੋਂ ਸੋਹਣਾ ਕੋਈ ਨਾ ਲੱਗੇ, ਮੈਂ ਸਭ ਤੋਂ ਸੋਹਣਾ ਨਜ਼ਰ ਆਵਾਂ। 40 ਪੁਰ ਹੋਏ। ਕਹਿੰਦੇ ਨੇ ਹੁਣ 40 ਸਾਲ ਦਾ ਹੋ ਗਿਆ, ਜਵਾਨੀ ਦੀ ਹੱਦ ਹੋ ਗਈ। ਹੁਣ 40 ਸਾਲ ਦਾ ਹੋ ਗਿਆ, ਹੁਣ ਜਵਾਨੀ ਦੀ ਹੱਦ ਹੋ ਗਈ। 85 ਪਗ ਖਿਸੇ। ਹੁਣ ਜਵਾਨੀ ਦੇ ਸਿਖਰ ਤੇ ਪਹੁੰਚ ਕੇ ਹੁਣ ਬੁਢਾਪੇ ਵੜ ਮੂਲਿਆ। ਕਿਵੇਂ ਮੁੜਿਆ? ਹੁਣ ਇਹ ਚਿੱਟੇ ਆਉਣੇ ਸ਼ੁਰੂ ਹੋ ਗਏ ਕੇਸ। ਪਰ ਮਨੁੱਖ ਬੜਾ ਸਿਆਣਾ ਹੈ, ਚਿੱਟਿਆਂ ਨੂੰ ਵੀ ਕਾਲਾ ਕਰ ਦਿੰਦਾ ਹੈ। ਕਹਿੰਦਾ ਨਹੀਂ, ਮੈਂ ਜਵਾਨ ਹੀ ਨਜ਼ਰ ਆਵਾਂ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਇੱਥੋਂ ਜਵਾਨ ਨਜ਼ਰ ਆਏਗਾ ਤੇ ਅੱਗੇ ਦੇਖ 85 ਪਗ ਖਿੱਸੇ 60 ਕੇ ਬੁਢੇ ਭਾਵੇ। 60 ਸਾਲ ਦਾ ਹੋ ਗਿਆ ਤੇ ਬੁਢੇਪੇ ਨੇ ਤੇ ਆ ਕੇ ਘੇਰ ਲਿਆ। ਸਰੀਰ ਦੇ ਅੰਗ ਕਮਜ਼ੋਰ ਹੋਣੇ ਸ਼ੁਰੂ ਹੋ ਗਏ। ਜਿਹੜਾ ਜਵਾਨੀ ਵੇਲੇ ਦੌੜ ਕੇ ਕੰਮ ਕਰ ਲੈਂਦਾ ਸੀ ਹੁਣ ਨਹੀਂ। ਜਿਹੜਾ ਜਵਾਨੀ ਵੇਲੇ ਭੱਜ ਨੱਠ ਕਰ ਲੈਂਦਾ ਸੀ ਹੁਣ ਨਹੀਂ। ਹੁਣ 60 ਸਾਲ ਦਾ ਬੁੱਢਾ ਹੋ ਗਿਆ ਤੇ ਕਹਿੰਦੇ ਨੇ 70 ਕਾ ਮਤਹੀਣ। 70 ਸਾਲ ਦਾ ਹੋਣਾ ਹੁਣ ਜਿਹੜੀ ਹੈ ਨਾ ਮਤ ਜਿਹੜੀ ਉਹ ਵੀ ਹੁਣ ਬੁੱਢੀ ਹੋ ਗਈ। ਹੁਣ ਕੰਮ ਕਰਨੋਂ ਘੱਟ ਹੋ ਗਈ। 80 ਕਾ ਵਿਵਹਾਰ ਨਾ ਪਾਏ। ਹੁਣ 80 ਸਾਲ ਦਾ ਹੋ ਗਿਆ, ਹੁਣ ਕੋਈ ਦੌੜ ਭੱਜ ਕਰਕੇ ਕੀ ਤੁਰ ਕੇ ਵੀ ਚੰਗੀ ਤਰ੍ਹਾਂ ਅਜੋਕੇ ਸਮੇਂ ਦੇ ਅੰਦਰ ਤੇ 80 ਸਾਲ ਦੇ ਕਿੱਥੇ ਨੇ, ਸਭ ਗੋਡੇ ਪਕੜੀ ਬੈਠੇ ਨੇ। ਮਾਫ ਕਰਨਾ, ਕਿਉਂਕਿ 80 ਸਾਲ ਦਾ ਹੋ ਕੇ ਜਦੋਂ 80 ਸਾਲ ਉਮਰ ਹੋਈ ਤੇ ਫਿਰ ਕਹਿੰਦੇ ਨੇ ਆਪਣਾ ਕੰਮਕਾਰ ਦੌੜ ਭੱਜ ਕੇ ਨਹੀਂ ਕਰ ਸਕਦਾ। ਨਾਵੇ ਕਾ ਸਹਿਜਾਸਣੀ। ਹੁਣ 90 ਸਾਲ ਦਾ ਹੋਇਆ, ਹੁਣ ਮੰਜੇ ਨਾਲ ਚਿਪਕ ਗਿਆ। 100 ਸਾਲ ਦਾ ਹੋਇਆ ਤੇ ਹੁਣ ਖਤਮ। ਗੁਰੂ ਪਾਤਸ਼ਾਹ ਨੇ ਇੱਕ ਸੰਸਾਰੀ ਮਨੁੱਖ ਦੀ ਜਿਹੜੀ ਇੱਕ ਮਨਮੁਖ ਕਹਿ ਲਈਏ, ਸੰਸਾਰੀ ਮਨੁੱਖ ਕਹਿ ਲਈਏ, ਉਹਨੇ ਕਿਸ ਤਰੀਕੇ ਨਾਲ ਜੀਵਨ ਬਤੀਤ ਕੀਤਾ। ਹੁਣ ਗੁਰਮੁਖ ਦਾ ਜੀਵਨ ਦੇਖੋ। ਬਾਬਾ ਬੁੱਢਾ ਜੀ 12 ਸਾਲ ਦੀ ਉਮਰ ਹੈ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕੀਰਤਨ ਕਰਦੇ ਪਏ ਨੇ। ਆ ਕੇ ਕੋਲ ਬੈਠ ਗਏ। ਦੁੱਧ ਦਾ ਗੜਵਾ ਲਿਆ ਕੇ ਇੱਕ ਛਕਾਇਆ ਤੇ ਬਾਬਾ ਬੁੱਢਾ ਜੀ ਨੂੰ ਉਸ ਵੇਲੇ ਨਾਮ ਮਾਂ ਬਾਪ ਨੇ ਬੂੜਾ ਰੱਖਿਆ ਸੀ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਪਿਆਰ ਬੱਚਿਆ ਦੁੱਧ ਛਕ ਕੇ ਕਿਆ ਤੈਨੂੰ ਕਿਵੇਂ ਇਹ ਚੰਗਾ ਲੱਗਾ ਕਿ ਤੂੰ ਸਾਨੂੰ ਦੁੱਧ ਛਕਾਇਆ। ਕਹਿੰਦੇ ਨੇ ਬਾਬਾ ਜੀ ਮੇਰਾ ਇੱਕ ਮਨ ਦਾ ਭਰਮ ਹੈ, ਉਹ ਦੂਰ ਕਰੋ। ਕੀ? ਕਹਿੰਦੇ ਨੇ ਮੌਤ ਦਾ ਡਰ ਅੰਦਰੋਂ ਖਤਮ ਹੋ ਜਾਏ। ਕਿਉਂ? ਤੈਨੂੰ ਕਿਵੇਂ ਮੌਤ ਦਾ? ਤੇਰੀ ਉਮਰ ਤਾਂ ਖੇਡਣ ਦੀ ਹੈ। ਤੇ ਅੱਗੋਂ ਬਾਬਾ ਜੀ ਕਹਿੰਦੇ ਨੇ, ਕਹਿੰਦੇ ਸਾਡੇ ਪੈਲੀਆਂ ਦੇ ਅੰਦਰ ਜਰਵਾਣੇ ਆਉਂਦੇ ਨੇ, ਪਠਾਨ ਆਉਂਦੇ ਨੇ, ਕੱਚੀ ਫਸਲ ਵੀ ਵੱਢ ਜਾਂਦੇ ਨੇ, ਡਡਰੀ ਵੀ ਲੈ ਜਾਂਦੇ ਨੇ, ਪੱਕੀ ਵੀ ਲੈ ਜਾਂਦੇ ਨੇ, ਉਹਨਾਂ ਦਾ ਕੋਈ ਹੱਥ ਨਹੀਂ ਪਕੜਦਾ। ਤੇ ਇਉਂ ਹੀ ਪ੍ਰਮਾਤਮਾ ਦੇ ਬਣਾਏ ਹੋਏ ਦੂਤ ਜਵਾਨ ਨੂੰ ਵੀ ਲਈ ਜਾਂਦੇ ਨੇ, ਬੁਢੇਪੇ ਵਿੱਚ ਵੀ ਤੇ ਬੱਚਿਆਂ ਨੂੰ ਵੀ।
ਤੇ ਇਸ ਕਰਕੇ ਤੁਸੀਂ ਕਿਰਪਾ ਕਰੋ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਨਾ ਤਾਂ ਤੇਰਾ, ਉਮਰ ਤਾਂ ਤੇਰੀ ਬੱਚਿਆਂ ਵਾਲੀ ਹੈ, ਪਰ ਤੇਰੀ ਵਿਚਾਰ ਜਿਹੜੀ ਹੈ ਉਹ ਬੁੱਢਿਆਂ ਵਾਲੀ ਹੈ। ਤੇ ਉਸ ਦਿਨ ਤੋਂ ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਆਏ। ਇਹੋ ਜਿਹਾ ਕੋਈ ਸਿੱਖ ਉਹਨਾਂ ਦੇ ਬਰਾਬਰ ਸੇਵਾ, ਜਿਤਨੀ ਉਹਨਾਂ ਨੇ ਸੇਵਾ ਕੀਤੀ, 113 ਸਾਲ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਬੈਠ ਕੇ ਸੇਵਾ ਕਮਾਈ। ਤੇ ਸੇਵਾ ਕਰਨ ਤੋਂ ਬਾਅਦ ਜਦੋਂ ਅੰਤਲਾ ਸਮਾਂ ਆਇਆ ਨਾ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੁਨੇਹਾ ਘੱਲਿਆ ਤੇ ਬੁਲਾ ਕੇ ਤੇ ਅੰਮ੍ਰਿਤ ਵੇਲੇ ਨੇਮ ਨਿਭਾ ਕੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਕਹਿੰਦੇ ਨੇ ਕਹਿ ਦੋ ਬੁੱਢਿਆ ਤੁਹਾਨੂੰ ਬਖਸ਼ਿਆ। ਦੇਖੋ ਇਹ ਹੈ ਗੁਰਮੁਖ ਦੀ ਅਵਸਥਾ, ਇੱਕ ਸੰਸਾਰੀ ਦੀ ਅਵਸਥਾ ਤੇ ਇੱਕ ਗੁਰਮੁਖ ਦੀ ਅਵਸਥਾ। ਪੁੱਛਦੇ ਨੇ ਸਿੱਖ ਕਿ ਬਾਬਾ ਜੀ ਤੁਸੀਂ ਦੱਸੋ, ਤੁਸੀਂ ਗੁਰੂ ਨਾਨਕ ਦੇਵ ਜੀ ਤੋਂ ਆਦ ਸਿੱਖ ਹੋ, ਕਿਵੇਂ ਜੀਵਨ ਬਤੀਤ ਕੀਤਾ, ਕਿਵੇਂ ਸਿੱਖੀ ਨੂੰ ਕਮਾਇਆ? ਹੱਥ ਜੋੜ ਕੇ ਕਹਿੰਦੇ ਨੇ ਮੈਂ ਤਾਂ ਅਜੇ ਸਿੱਖੀ ਕਮਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। 113 ਸਾਲ ਸੇਵਾ ਕਰਕੇ ਸੋ ਜਿਨ੍ਹਾਂ ਦਾ ਅੰਦਰ ਟਿਕਿਆ ਹੋਵੇ, ਗੁਰਬਾਣੀ ਨਾਲ ਜੁੜਿਆ ਹੋਵੇ, ਉਹ ਗੁਰਬਾਣੀ ਦਾ ਰੂਪ ਹੋ ਜਾਂਦੇ ਨੇ। ਆਓ ਸਤਿਗੁਰੂ ਰਹਿਮਤ ਕਰੇ। ਸੇਵਕ ਪਰਿਵਾਰ ਨੇ ਸਤਿਗੁਰਾਂ ਦੇ ਚਰਨਾਂ ਦਾ ਓਟ ਆਸਰਾ ਲਿਆ ਹੈ। ਸਰਦਾਰ ਗੁਰਮੀਤ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਇਹ ਪ੍ਰੋਗਰਾਮ ਉਲੀਕਿਆ ਗਿਆ। ਸਤਿਗੁਰੂ ਰਹਿਮਤ ਕਰੇ, ਉਹਨਾਂ ਦੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸਾ ਦੇਣ। ਪਿੱਛੇ ਬੱਚਿਆਂ ਨੂੰ ਇਸੇ ਤਰ੍ਹਾਂ ਹੀ ਆਪਣੇ ਚਰਨਾਂ ਨਾਲ ਜੋੜੀ ਰੱਖਣ, ਤਾਂ ਜੋ ਉਹ ਵੀ ਇਹ ਉਦਮ ਹੈ, ਕਿਉਂਕਿ ਕਿਸੇ ਨੂੰ ਗੁਰਬਾਣੀ ਨਾਲ ਜੋੜ ਦੇਣਾ, ਕਿਸੇ ਨੂੰ ਗੁਰੂ ਦੇ ਘਰ ਤੱਕ ਲੈ ਆਉਣਾ, ਇਹ ਬਹੁਤ ਵੱਡਾ ਚੰਗਾ ਪੁੰਨ ਦਾ ਕੰਮ ਹੈ। ਸੋ ਸਰਦਾਰ ਗੁਰਮੀਤ ਸਿੰਘ ਦੇ ਬੱਚੇ ਕੰਵਰਜੀਤ ਸਿੰਘ, ਉਹਨੇ ਬੱਚੇ ਨੇ ਕਈ ਦਿਨਾਂ ਤੋਂ ਭਜਿਆ ਫਿਰਦਾ ਹੈ, ਉਪਰਾਲਾ ਕਰਦਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਉਲੀਕਿਆ ਗਿਆ।